ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਮੈਂ ਕੁਲਦੀਪ ਕੌਰ ਚੱਠਾ ਅੱਜ ਤੁਹਾਨੂੰ ਕਹਾਣੀ ਉੱਚੀਆਂ ਪੱਗਾਂ ਵਾਲੇ ਸੁਣਾਉਣ ਜਾ ਰਹੀ ਹਾਂ, ਜੋ ਕਿ ਜਸਵਿੰਦਰ ਮਹਿਰਮ ਦੁਆਰਾ ਲਿਖੀ ਗਈ ਹੈ। ਗੋਲੀ ਬੰਦੂਕ 'ਚੋਂ ਨਿਕਲਦਿਆਂ ਹੀ ਰੁੱਖਾਂ 'ਤੇ ਬੈਠੇ ਪੰਛੀ ਫੜਫੜਾਉਂਦੇ ਹੋਏ ਇੱਧਰ ਉੱਧਰ ਉੱਡ ਗਏ। ਇਸ ਦੇ ਨਾਲ ਹੀ ਇੱਕ ਹੋਰ, ਫਿਰ ਦੂਜੀ, ਤੀਜੀ ਤੇ ਚੌਥੀ। ਹਵਾ ਵਿੱਚ ਉੱਡਦੇ ਮਾਸੂਮ ਕਬੂਤਰ ਤੜਫਦੇ ਹੋਏ ਜ਼ਮੀਨ 'ਤੇ ਆਣ ਡਿੱਗੇ ਤੇ ਇਸ ਦੇ ਨਾਲ ਹੀ ਸਰਦਾਰਾਂ ਦੇ 5 ਵਫ਼ਾਦਾਰ ਨੌਕਰ ਉਹਨਾਂ ਵੱਖ-ਵੱਖ ਪਾਸੇ ਡਿੱਗੇ ਪੰਛੀਆਂ ਵੱਲ ਹੋ ਤੁਰੇ। ਛੇਤੀ ਹੀ ਉਹ ਇੱਕ ਜਾਨਵਰ ਹੱਥਾਂ 'ਚ ਲਟਕਾਏ ਸਰਦਾਰਾਂ ਕੋਲ ਆ ਗਏ। ਮਾਲ ਤਾਂ ਬੜਾ ਚੰਗਾ ਏ ਸਾਹਿਬ ਜੀ, ਇੱਕ ਨੌਕਰ ਨੇ ਕਿਹਾ। ਸਰਦਾਰ ਸਦਾ ਚੰਗਾ ਮਾਲ ਹੀ ਮਾਰਦੇ ਆ ਬਿੱਲਿਆ, ਦਿਲਬਾਗ ਨੇ ਜਵਾਬ ਦਿੱਤਾ, ਜੋ ਸਰਦਾਰਾਂ ਵਿੱਚੋਂ ਸਭ ਤੋਂ ਵੱਡਾ ਸੀ। ਚਲੋ ਰੱਖ ਦਿਓ ਸਾਰੇ ਜੀਪ 'ਚ ਤੇ ਅਗਾਂਹ ਚੱਲੀਏ। ਨਹਿਰ ਦੇ ਨਾਲ ਨਾਲ ਰੁੱਖਾਂ 'ਤੇ ਬੜੇ ਜਾਨਵਰ ਹੋਣੇ ਆ, ਸ਼ਿਕਾਰ ਦਾ ਮਜ਼ਾ ਵੀ ਤਾਂ ਉੱਥੇ ਹੀ ਆਊਗਾ। ਸ਼ਿਕਾਰ ਸ਼ਿਕਾਰੀਆਂ ਨਾਲ ਹੀ ਸੋਭਦਾ ਸਰਦਾਰ ਜੀ, ਨਾਲੇ ਉੱਥੇ ਕੋਈ ਬੰਦਾ ਛੰਦਾ ਵੀ ਆਇਆ ਹੋਣਾ। ਰਾਜੂ ਨੇ ਜੀਭ ਦੰਦਾਂ ਥੱਲੇ ਦੱਬਦੇ ਹੋਏ ਕਿਹਾ। ਮਤਲਬ ਕਿ ਉੱਥੇ ਕੋਈ ਕੁੜੀ ਚਿੜੀ ਵੀ ਆਈ ਹੋਣੀ ਆ ਸ਼ਿਕਾਰ ਖੇਲਣ। ਹਾਂ ਉਹ ਤਾਂ ਹੋਣੀ ਆ। ਅੱਜ ਤਾਂ ਸੁੱਖ ਨਾਲ ਦਿਨ ਵੀ ਐਤਵਾਰ ਹੈ, ਫਿਰ ਵੀ ਭਲਾ ਨਾ ਹੋਊ ਕੁਝ। ਨਾਲੇ ਸਰਦਾਰ ਤੇਰੇ ਕਿਹੜਾ ਕਦੇ ਵਾਂਝੇ ਰਹੇ ਆ ਇਹਨਾਂ ਤੋਂ, ਇਸ ਵਾਰ ਪ੍ਰੇਮ ਸਿੰਘ ਨੇ ਕਿਹਾ ਸੀ। ਇਹੀ ਤਾਂ ਮੈਂ ਕਹਿਣਾ, ਬਿੱਲੇ ਨੇ ਸੱਜੇ ਪਾਸੇ ਵੱਲ ਸਿਰ ਘੁਮਾ ਕੇ ਇਸ਼ਾਰਾ ਕਰਦਿਆਂ ਕਿਹਾ। ਇਸ ਵਾਰ ਕਹਿ ਤਾਂ ਉਹ ਕੁਝ ਹੋਰ ਹੀ ਰਿਹਾ ਸੀ, ਪਰ ਜਵਾਬ ਉਹਨਾਂ ਦੀ ਗੱਲ ਦਾ ਦੇ ਰਿਹਾ ਸੀ। ਵੈਸੇ ਵੀ ਅਜੇ ਤੱਕ ਕਿਸੇ ਦਾ ਧਿਆਨ ਉੱਧਰ ਨਹੀਂ ਸੀ ਗਿਆ। ਪਰੇ ਦਰਖਤਾਂ ਦੇ ਝੁੰਡ ਵਿੱਚ 3-4 ਕੁੜੀਆਂ ਖੜੀਆਂ ਹਨ, ਜੋ ਇਹਨਾਂ ਵੱਲ ਹੀ ਤੱਕ ਰਹੀਆਂ ਸਨ। ਸ਼ਾਇਦ ਉਹ ਗੋਲੀ ਦੀ ਆਵਾਜ਼ ਸੁਣ ਕੇ ਜਾਂ ਫਿਰ ਇਹਨਾਂ ਦੇ ਹੱਥਾਂ ਵਿੱਚ ਬੰਦੂਕਾਂ ਵੇਖ ਕੇ ਡਰ ਰਹੀਆਂ ਸਨ। ਜਿਉਂ ਹੀ ਸਰਦਾਰਾਂ ਦੀਆਂ ਨਜ਼ਰਾਂ ਉੱਧਰ ਉੱਠੀਆਂ, ਮੂੰਹ ਵਿੱਚ ਪਾਣੀ ਭਰ ਆਇਆ। ਕਿਉਂ ਸਰਦਾਰ ਜੀ, ਮਾਲ ਪਸੰਦ ਹੈ? ਬਿੱਲੇ ਨੇ ਚਾਪਲੂਸੀ ਕਰਦਿਆਂ ਕਿਹਾ। ਕਿਉਂ ਨਹੀਂ, ਹਰਨਾਮ ਸਿੰਘ ਨੇ ਕਿਹਾ, ਜਿਹੜਾ ਜੀਪ ਲੈ ਕੇ ਉਹਨਾਂ ਦੇ ਨੇੜੇ ਆ ਗਿਆ ਸੀ। ਬਿੱਲਿਆ, ਤੂੰ ਪਤਾ ਲੈ ਕੇ ਕੌਣ ਆ? ਅਸੀਂ ਨਹਿਰ 'ਤੇ ਚੱਲਦੇ ਆਂ, ਤੂੰ ਗੱਲਬਾਤ ਕਰਕੇ ਉੱਥੇ ਪਹੁੰਚ ਜਾਈਂ, ਪਰ ਦੇਖੀ ਮਾਲ ਖਰਾ ਹੋਵੇ, ਦੂਸਰਾ ਸ਼ੱਕ ਵੀ ਨਾ ਹੋਵੇ ਕਿਸੇ ਨੂੰ। ਬਿੱਲਾ ਤਾਂ ਪਹਿਲਾਂ ਹੀ ਚਾਹੁੰਦਾ ਸੀ। ਗਲ ਵਿੱਚ ਸਾਫਾ ਲਮਕਾਈ ਉਹ ਕੁੜੀਆਂ ਵੱਲ ਨੂੰ ਹੋ ਤੁਰਿਆ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਗਾਈਆਂ ਦੇ ਵੱਗ 'ਤੇ ਕੋਈ ਸ਼ੇਰ ਝਪਟਣ ਲੱਗਾ ਹੋਵੇ। ਸਰਦਾਰਾਂ ਦੀ ਜੀਪ ਨਹਿਰ ਵਾਲੇ ਪਾਸੇ ਰਾਹ ਪੈ ਗਈ। ਨਹਿਰ ਦੇ ਨਾਲ ਨਾਲ ਵੱਡੇ ਵੱਡੇ ਰੁੱਖਾਂ ਦੀਆਂ ਲੰਮੀਆਂ ਕਤਾਰਾਂ ਸਨ ਤੇ ਕਿਤੇ ਕਿਤੇ ਦੂਰ ਤੱਕ ਫੈਲੀਆਂ ਸੰਘਣੀਆਂ ਝਿੜੀਆਂ। ਸ਼ਿਕਾਰ ਕਰਨ ਲਈ ਬਹੁਤ ਵਧੀਆ ਜਗ੍ਹਾ ਸੀ। ਇਸੇ ਕਰਕੇ ਕਈ ਵਾਰ ਸ਼ਹਿਰ 'ਚੋਂ ਵੀ ਮੁੰਡੇ ਕੁੜੀਆਂ ਦਾ ਕੋਈ ਨਾ ਕੋਈ ਗਰੁੱਪ ਇੱਧਰ ਆਇਆ ਹੀ ਰਹਿੰਦਾ ਸੀ। ਛੁੱਟੀ ਵਾਲੇ ਦਿਨ ਕੁਝ ਜ਼ਿਆਦਾ ਹੀ ਰੌਣਕ ਰਹਿੰਦੀ। ਉੱਚੇ ਲੰਮੇ ਜਵਾਨ ਗੱਭਰੂ ਸਰਦਾਰ, ਗਲ ਕਲੀਆਂ ਵਾਲੇ ਰੇਸ਼ਮੀ ਕੁੜਤੇ ਤੇ ਲੱਕ ਝਰਨੇ ਦੇ ਪਾਣੀ ਦੀ ਤਰ੍ਹਾਂ ਕਲਵਲ ਕਲਵਲ ਕਰਦੇ ਧੂਏ ਚਾਦਰੇ, ਪੈਰੀ ਤਿੱਲੇ ਨਾਲ ਕੱਢੀਆਂ ਹੋਈਆਂ ਕੋਕੇ ਲੱਗੀਆਂ ਪੰਜਾਬੀ ਜੁੱਤੀਆਂ, ਗੁੱਟਾਂ 'ਚ ਸੋਨੇ ਦੇ ਕੜੇ ਤੇ ਘੜੀਆਂ, ਹੱਥਾਂ 'ਚ ਹੀਰੇ ਜੜਤ ਕੀਮਤੀ ਅੰਗੂਠੀਆਂ, ਸਿਰ 'ਤੇ ਸ਼ਮਲੇ ਵਾਲੀਆਂ ਕੀਮਤੀ ਪੱਗਾਂ, ਉੱਚੀਆਂ ਉੱਚੀਆਂ ਤਿੱਖੀਆਂ ਨੋਕਦਾਰ। ਇਹਨਾਂ ਪੱਗਾਂ ਕਰਕੇ ਹੀ ਉਹ ਸਾਰੇ ਪਿੰਡ ਵਿੱਚ ਉੱਚੀਆਂ ਪੱਗਾਂ ਵਾਲੇ ਸਰਦਾਰ ਕਹਿ ਕੇ ਜਾਣੇ ਜਾਂਦੇ ਸਨ। ਸਰਕਾਰੇ ਦਰਬਾਰੇ ਪਹੁੰਚ ਬਣੀ ਹੋਈ ਸੀ। ਸ਼ਹਿਰ ਦਾ ਕੋਈ ਨਾ ਕੋਈ ਵੱਡਾ ਅਫਸਰ ਉਹਨਾਂ ਦੀ ਦਾਵਤ ਖਾਣ ਆਇਆ ਰਹਿੰਦਾ। ਉੱਚੀਆਂ ਪੱਗਾਂ ਵਾਲੇ ਦੇ ਨਾਲ ਨਾਲ ਉਹਨਾਂ ਦੀਆਂ ਕੁਝ ਹੋਰ ਚੀਜ਼ਾਂ ਦੇ ਸ਼ੌਂਕ ਵੀ ਉੱਚ ਦਰਜੇ ਦੇ ਸਨ। ਮਹਿਲਾਂ ਵਰਗੀ ਉੱਚੀ 3 ਮੰਜ਼ਲੀ ਵੱਡੀ ਕੋਠੀ ਕੀਮਤੀ ਸਮਾਨ ਨਾਲ ਭਰੀ ਹੋਈ। ਕਮਰਿਆਂ ਦੀ ਥਾਂ ਕੋਈ ਗਿਣਤੀ ਹੀ ਨਹੀਂ ਸੀ। ਮੋਟੇ ਮੋਟੇ ਗੱਦਿਆਂ ਵਾਲੇ ਸੋਫੇ ਤੇ ਵੱਡੇ ਵੱਡੇ ਕਿੰਗ ਸਾਈਜ਼ ਦੇ ਡਬਲ ਬੈੱਡ, ਕੰਧਾਂ 'ਤੇ ਵਧੀਆ ਰੰਗ ਰੋਗਨ ਕੀਤਾ ਹੋਇਆ ਚਿਪਸ ਮਾਰਬਲ ਨਾਲ ਲਿਸ਼ਕਦੇ ਫਰਸ਼, ਬਾਥਰੂਮਾਂ 'ਚ ਲੱਗੀਆਂ ਵਧੀਆ ਟਾਈਲਾਂ, ਨਹਾਉਣ ਵਾਲੇ ਵੱਡੇ ਵੱਡੇ ਟੱਬ ਜਿਨ੍ਹਾਂ 'ਚ ਗਰਮ ਠੰਡਾ ਪਾਣੀ ਆਉਣ ਲਈ ਵੱਖੋ ਵੱਖ ਟੂਟੀਆਂ। ਨਵੇਂ ਮਾਲ ਦੀਆਂ ਕੀਮਤਾਂ ਵੱਡੀਆਂ ਕਾਰਾਂ। ਪੰਜੇ ਭਰਾ ਜਦੋਂ ਸੱਜ ਕੇ ਘਰੋਂ ਬਾਹਰ ਨਿਕਲਦੇ ਤਾਂ ਦੇਖਣ ਵਾਲੇ ਹੌਕੇ ਭਰ ਕੇ ਰਹਿ ਜਾਂਦੇ। ਚੌੜੀਆਂ ਛਾਤੀਆਂ ਤੇ ਮੂੰਗਲੀਆਂ ਵਰਗੀਆਂ ਬਾਹਾਂ, ਜਦੋਂ ਤੁਰਦੇ ਤਾਂ ਲੱਗਦਾ ਜਿਵੇਂ ਧਰਤੀ ਦੀ ਹਿੱਕ ਮਿੱਧਦੇ ਜਾ ਰਹੇ ਹੋਣ। ਸਾਰੇ ਪਿੰਡ ਦੇ ਲੋਕਾਂ ਦੀ ਨਜ਼ਰ ਵਿੱਚ ਉਹ ਇੱਕ ਸ਼ਰੀਫ ਤੇ ਅਮੀਰ ਪਰਿਵਾਰ ਗਿਣਿਆ ਜਾਂਦਾ ਸੀ।
ਸਰਦਾਰਾਂ ਦੇ ਦਾਦੇ ਪੜਦਾਦੇ ਦਾ ਤਾਂ ਪੂਰੇ ਇਲਾਕੇ 'ਚ ਹੀ ਦਬਦਬਾ ਸੀ। ਉਹਨਾਂ ਦੇ ਘਰ ਵਿੱਚ ਕੰਮ ਕਰਦਾ ਕਾਮਾ ਮਜ਼ਦੂਰ ਕਦੇ ਕਿਸੇ ਗੱਲੋਂ ਮੁਹਤਾਜ ਨਹੀਂ ਸੀ ਰਹਿੰਦਾ। ਕੀਤੀ ਗਈ ਮਿਹਨਤ ਦੀ ਪੂਰੀ ਕਮਾਈ ਤਾਂ ਮਿਲਦੀ ਹੀ ਸੀ, ਇਨਸਾਫ ਵੀ ਮਿਲਦਾ ਸੀ। ਘਰ ਦੀਆਂ ਔਰਤਾਂ ਸਿਰ ਤੋਂ ਪੱਲਾ ਨਹੀਂ ਸੀ ਲਾਉਂਦੀਆਂ। ਜੇ ਕਿਤੇ ਕਿਸੇ ਦਾ ਸਿਰ ਨੰਗਾ ਨਜ਼ਰ ਆ ਜਾਂਦਾ ਤਾਂ ਘਰ ਦੇ ਸਿਆਣੇ ਲੈਕਚਰ ਦਿੰਦੇ ਸਾਹ ਨਹੀਂ ਸੀ ਲੈਂਦੇ। ਇਹਨਾਂ ਸਰਦਾਰਾਂ ਦਾ ਬਾਪ ਲਛਮਣ ਸਿੰਘ 7 ਕੁ ਸਾਲ ਪਹਿਲਾਂ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਦਾਦਾ ਲਛਮਣ ਸਿੰਘ ਉਦੋਂ ਦਾ ਹੀ ਮੰਜੇ 'ਤੇ ਪਿਆ ਅਜੇ ਤੱਕ ਗੋਡੇ ਰਗੜੀ ਜਾਂਦਾ ਸੀ। ਸਮਾਂ ਬਦਲਿਆ, ਸਰਦਾਰੀ ਬਦਲੀ, ਹੁਣ ਉਹਦੀ ਸੁਣਦਾ ਵੀ ਕੌਣ ਸੀ। ਇਹਨਾਂ ਦੀਆਂ 2 ਭੈਣਾਂ, ਦੋਵੇਂ 5 ਭਰਾਵਾਂ ਤੋਂ ਛੋਟੀਆਂ, ਇਸ ਵੇਲੇ ਸ਼ਹਿਰ ਦੇ ਵੱਡੇ ਕਾਲਜ ਵਿੱਚ ਪੜ੍ਹਦੀਆਂ ਸਨ ਤੇ ਹੋਸਟਲ ਵਿੱਚ ਹੀ ਰਹਿੰਦੀਆਂ ਸਨ। ਕਦੇ ਕਦਾਈ ਛੁੱਟੀਆਂ ਹੋਣ ਵੇਲੇ ਹੀ ਪਿੰਡ ਆਉਂਦੀਆਂ। ਸਰਦਾਰ ਉਹਨਾਂ ਨੂੰ ਉੱਥੇ ਹੀ ਮਿਲ ਆਉਂਦੇ, ਜੇਬ ਖਰਚ ਵੀ ਦੇ ਆਉਂਦੇ। ਇਹਨਾਂ ਨੂੰ ਟੋਕਣ ਵਾਲਾ ਕੋਈ ਹੈ ਨਹੀਂ ਸੀ। ਸਭ ਮਨ ਆਈਆਂ ਕਰਦੇ ਸਨ, ਪਰ ਜੋ ਵੀ ਕਰਦੇ ਇਕੱਠੇ ਹੀ ਕਰਦੇ ਸਨ। ਸ਼ਿਕਾਰੀ ਲਗਭਗ ਵਾਪਸ ਜਾ ਚੁੱਕੇ ਸਨ। ਸਰਦਾਰਾਂ ਦੀ ਜੀਪ ਤੋਂ ਬਿਨਾਂ ਸਿਰਫ ਇੱਕ ਗੱਡੀ ਹੋਰ ਖੜੀ ਸੀ, ਜਿਸ ਵਿੱਚ ਬੈਠੀਆਂ 2 ਲੜਕੀਆਂ ਖਾਣ ਪੀਣ ਦੇ ਸਮਾਨ ਤੇ ਹੱਥ ਸਾਫ਼ ਕਰ ਰਹੀਆਂ ਸਨ। ਦੋਵੇਂ ਕੁੜੀਆਂ ਸ਼ਹਿਰੀ ਲਿਬਾਸ ਵਿੱਚ ਟਨ ਸਨ। ਖੁੱਲ੍ਹੇ ਗਲੇ ਦੀਆਂ ਸ਼ਰਟਾਂ ਤੇ ਜੀਨ ਦੀਆਂ ਪੈਂਟਾਂ, ਤੂਤ ਦੀ ਛਿਟੀ ਵਰਗੀਆਂ ਪਤਲੀਆਂ। ਖਾਣ ਦੇ ਨਾਲ ਨਾਲ ਪਤਾ ਨਹੀਂ ਕਿਹੜੀ ਗੱਲ 'ਤੇ ਉਹ ਖਿੜਖਿੜ ਹੱਸ ਵੀ ਰਹੀਆਂ ਸਨ। ਸਰਦਾਰਾਂ ਦੀ ਜੀਪ ਦੀ ਡਿੱਗੀ ਜਾਨਵਰਾਂ ਨਾਲ ਭਰੀ ਹੋਈ ਸੀ। ਚਾਰੇ ਨੌਕਰ ਇੱਕ ਪਾਸੇ ਬੈਠੇ ਹੱਸ ਰਹੇ ਸਨ। 5 ਸਰਦਾਰ ਹੱਥ 'ਚ ਬੰਦੂਕ ਫੜੀ ਬਿੱਲੇ ਦੇ ਆਉਣ ਦੀ ਉਡੀਕ ਕਰ ਰਹੇ ਸਨ। ਬਿੱਲਾ ਤਾਂ ਅਜੇ ਤੱਕ ਵਾਪਸ ਨਹੀਂ ਮੁੜਿਆ। ਪ੍ਰੇਮ, ਕਿਉਂ ਨਾ ਉਹਨਾਂ ਚਿਰ ਗੱਪ-ਸ਼ੱਪ ਹੀ ਲੜਾਈ ਜਾਵੇ, ਹਰਨਾਮ ਸਿੰਘ ਨੇ ਕੁੜੀਆਂ ਦੀ ਗੱਡੀ ਵੱਲ ਇਸ਼ਾਰਾ ਕਰਦਿਆਂ ਕਿਹਾ। 5 ਸਰਦਾਰ ਕਿਸੇ ਫੌਜ ਦੀ ਟੁਕੜੀ ਦੀ ਤਰ੍ਹਾਂ ਅਗਾਂਹ ਵੱਧ ਤੁਰੇ। ਸ਼ਮਲੇ ਵਾਲੀਆਂ ਪੱਗਾਂ ਨਾਲ ਉਹ ਵਾਹਵਾ ਹੀ ਜੱਚ ਰਹੇ ਸਨ। ਕੁੜੀਆਂ ਦੀ ਗੱਡੀ ਤੋਂ ਥੋੜ੍ਹਾ ਉਰੇ ਹੀ ਉਹਨਾਂ ਨੇ ਬੰਦੂਕ ਦੀਆਂ ਨਾਲਾਂ ਕੁੜੀਆਂ ਵੱਲ ਨੂੰ ਸਿੱਧੀਆਂ ਕਰ ਦਿੱਤੀਆਂ। ਉਹਨਾਂ ਨੂੰ ਖਬਰ ਕਰਨ ਲਈ ਪ੍ਰੇਮ ਸਿੰਘ ਨੇ ਇੱਕ ਹਵਾਈ ਫਾਇਰ ਵੀ ਕਰ ਦਿੱਤਾ। ਜਿਉਂ ਹੀ ਕੁੜੀਆਂ ਨੇ ਇੱਧਰ ਦੇਖਿਆ, ਉਹਨਾਂ ਦੀ ਚੀਕ ਨਿਕਲ ਗਈ। ਬਚਾਓ! ਇਹ ਸ਼ਬਦ ਉਹਨਾਂ ਦੇ ਬੁੱਲ੍ਹਾਂ 'ਤੇ ਹੀ ਅਟਕ ਗਿਆ। ਕੁੜੀਆਂ ਰਹਿਮ ਦੀ ਨਿਗਾਹ ਰੱਖਣ ਲਈ ਕਹਿ ਰਹੀਆਂ ਸਨ ਤੇ ਉਹਨਾਂ ਦੇ ਹੱਥ ਜੁੜੇ ਹੋਏ ਸਨ। ਬੰਦੂਕਾਂ ਨੀਵੀਆਂ ਕਰਕੇ ਸਰਦਾਰ ਅਗਾਂਹ ਵੱਧ ਗਏ। ਕਿਉਂ ਡਰ ਗਏ ਹੋ ਸੋਹਣਿਓ? ਤੁਹਾਨੂੰ ਮਾਰਨ ਦਾ ਜਿਗਰਾ ਤਾਂ ਖੁਦ ਰੱਬ ਨਾ ਕਰੇ ਤੇ ਫਿਰ ਅਸੀਂ ਕਿਵੇਂ? ਕਿਸ ਤਰ੍ਹਾਂ ਦਾ ਗੋਰਾ ਗੋਰਾ ਰੰਗ, ਤਿੱਖੇ ਤਿੱਖੇ ਨੈਣ ਨਕਸ਼ ਤੇ ਮੁਲਾਇਮ ਮੁਲਾਇਮ ਜਿਸਮ, ਰੱਬ ਨੇ ਕਿਤੇ ਵਿਹਲੇ ਬਹਿ ਕੇ ਬਣਾਇਆ ਜਾਪਦਾ, ਪ੍ਰੇਮ ਸਿੰਘ ਨੇ ਕਿਹਾ। ਉਸ ਦੀ ਇਸ ਹਰਕਤ 'ਤੇ ਬਚਾਓ ਕਹਿਣ ਵਾਲੀ ਕੁੜੀ ਜਿਵੇਂ ਅੰਦਰ ਹੀ ਅੰਦਰ ਖੁਰਦੀ ਜਾ ਰਹੀ ਸੀ। ਜਰਾ ਕੁ ਪਲਕਾਂ ਉਤਾਂਹ ਚੁੱਕ ਕੇ ਜਦੋਂ ਉਸ ਨੇ ਉਹਦੇ ਵੱਲ ਦੇਖਿਆ ਤਾਂ ਪ੍ਰੇਮ ਸਿੰਘ ਉਸ ਵੱਲ ਹੀ ਤੱਕ ਰਿਹਾ ਸੀ। ਕੁਝ ਪਲ ਉਹ ਇੱਕ ਦੂਜੇ ਵੱਲ ਅਪਲਕ ਦੇਖਦੇ ਰਹੇ। ਲੱਗਦਾ ਪ੍ਰੇਮ ਸਿੰਘ ਕਤਲ ਹੋ ਗਿਆ ਹਰਨਾਮ, ਜਸਬੀਰ ਸਿੰਘ ਨੇ ਹੌਲੀ ਜਿਹੀ ਕਿਹਾ। ਪਰ ਇਹ ਸ਼ਬਦ ਪ੍ਰੇਮ ਸਿੰਘ ਦੇ ਕੰਨਾਂ ਤੱਕ ਪਹੁੰਚ ਗਏ ਸਨ। ਇਸ ਤਰ੍ਹਾਂ ਘੂਰ ਘੂਰ ਕੇ ਦੇਖ ਰਹੀ ਏ ਮੇਰੇ ਵੱਲ, ਕਦੇ ਆਦਮੀ ਨਹੀਂ ਦੇਖਿਆ ਤੈਂ? ਪ੍ਰੇਮ ਸਿੰਘ ਨੇ ਕੁੜੀ ਨੂੰ ਬਾਹੋਂ ਫੜਦਿਆਂ ਆਖਿਆ। ਨਾ ਨਹੀਂ, ਤੇ ਕੁੜੀ ਦੇ ਮੂੰਹੋਂ ਮਸੀਂ ਨਿਕਲਿਆ। ਮੈਂ ਤਾਂ ਡਰ ਹੀ ਗਈ ਸੀ। ਅੱਖਾਂ ਮਟਕਾਉਂਦਿਆਂ ਤੇ ਹੇਠਲਾ ਬੁੱਲ੍ਹ ਦੰਦਾਂ ਨਾਲ ਦੱਬਦਿਆਂ ਕੁੜੀ ਨੇ ਨਖਰੇ ਨਾਲ ਕਿਹਾ। ਉਸ ਦੀ ਇਸ ਹਰਕਤ 'ਤੇ ਇੱਕ ਵਾਰ ਤਾਂ ਸਾਰੇ ਸਰਦਾਰ ਹੈਰਾਨ ਰਹਿ ਗਏ। ਇਸ ਤਰ੍ਹਾਂ ਤਾਂ ਇੱਕ ਚਾਲੂ ਲੜਕੀ ਜਾਂ ਫਿਰ ਕੋਈ ਬਜ਼ਾਰੂ ਔਰਤ ਹੀ ਕਰ ਸਕਦੀ ਹੈ। ਉਸ ਦੇ ਇਸ ਨਖਰੇ ਨੂੰ ਭਾਂਪਦਿਆਂ ਅਜੀਤ ਸਿੰਘ ਸਮਝ ਗਿਆ ਕਿ ਲੜਕੀ ਹੁਣ ਸ਼ਿਕਾਰ ਫਸਾਉਣਾ ਚਾਹੁੰਦੀ ਹੈ। ਬਈ ਡਰਨ ਦੀ ਕਿਹੜੀ ਗੱਲ ਹੈ, ਉਹ ਤਾਂ ਐਵੇਂ ਮਜ਼ਾਕ ਕਰ ਰਹੇ ਸੀ। ਨਾ ਜਿਉਂ ਨਹੀਂ ਸੀ ਜਾਣਦੇ ਤੁਹਾਡਾ। ਅਸੀਂ ਕਿਹਾ ਚਲੋ ਇਸੇ ਤਰ੍ਹਾਂ ਹੀ ਬੁਲਾ ਲੈਂਦੇ ਹਾਂ। ਅੱਛਾ, ਬੜੇ ਚਲਾਕ ਹੋ ਫਿਰ ਤਾਂ। ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਜੇ ਦੀਪਾ ਮੇਰੇ ਨਾਲ ਨਾ ਹੁੰਦੀ ਮੈਂ ਤਾਂ ਮਰ ਹੀ ਗਈ ਹੁੰਦੀ। ਉਸ ਕੁੜੀ ਦੇ ਨਾਲ ਬੈਠੀ ਦੂਜੀ ਕੁੜੀ ਨੇ ਚੁਲਬਲੇਪਨ ਵਿੱਚ ਕਿਹਾ। ਹਾਂ ਬਈ ਹਾਂ, ਜੇ ਰੀਠਾ ਮੇਰੇ ਨਾਲ ਨਾ ਹੁੰਦੀ ਤਾਂ ਮੇਰਾ ਵੀ ਇਹੀ ਹਾਲ ਹੋਣਾ ਸੀ। ਤੇ ਪਤਾ ਨਹੀਂ ਤੁਸੀਂ, ਪਹਿਲੀ ਕੁੜੀ ਨੇ ਜ਼ਹਿਰੀਲੇ ਅੰਦਾਜ਼ ਵਿੱਚ ਆਪਣੀ ਸਾਥਣ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਕਿਹਾ ਸੀ। ਤੇ ਹੁਣ ਕਿਹੜਾ ਅਸੀਂ? ਗੱਲ ਅਧੂਰੀ ਛੱਡਦਿਆਂ ਅਜੀਤ ਸਿੰਘ ਬੋਲਿਆ। ਚਲੋ ਫਿਰ ਅੱਜ ਸ਼ਾਮ ਦੀ ਮਹਿਫਿਲ ਮਿਲ ਕੇ ਸਜਾ ਲੈਂਦੇ ਹਾਂ। ਕੁਝ ਠੰਡਾ ਕੁਝ ਗਰਮ ਹੀ ਹੋ ਜਾਏਗਾ।
ਕਿਉਂ ਨਹੀਂ, ਜਿਵੇਂ ਤੁਹਾਡੀ ਮਰਜ਼ੀ, ਦੋਹਾਂ ਕੁੜੀਆਂ ਨੇ ਕਾਹਲੀ ਨਾਲ ਇਕੱਠਿਆਂ ਹੀ ਕਿਹਾ, ਜਿਵੇਂ ਉਹ ਇਸ ਤਰ੍ਹਾਂ ਦੇ ਸੱਦੇ ਲਈ ਉਤਾਵਲੀਆਂ ਸਨ। ਦੋਹਾਂ ਧਿਰਾਂ ਦੇ ਸ਼ਿਕਾਰੀ ਸ਼ਿਕਾਰ ਕਰਨ ਆਏ, ਖੁਦ ਆਪ ਹੀ ਸ਼ਿਕਾਰ ਹੋ ਗਏ ਸਨ। ਸਰਦਾਰਾਂ ਦੇ ਸ਼ਰਾਬਖਾਨੇ ਵਿੱਚ ਸ਼ਰਾਬ ਤੇ ਸ਼ਬਾਬ ਦੀ ਮਹਿਕ ਖਿਲਰੀ ਹੋਈ ਸੀ। ਪਿੰਡੋਂ ਬਾਹਰ ਫਰਮ ਵਿੱਚ ਗੁਪਤ ਰੂਪ ਵਿੱਚ ਹੀ ਉਹਨਾਂ ਦੀ ਇਹ ਮਹਿਫਲ ਲੱਗਦੀ ਸੀ। ਵਫਾਦਾਰ ਨੌਕਰ ਅੰਦਰ ਦੀ ਗੱਲ ਇੱਕ ਕੰਨ ਤੋਂ ਦੂਸਰੇ ਕੰਨ ਤੱਕ ਨਹੀਂ ਸੀ ਪਹੁੰਚਣ ਦਿੰਦੇ। ਅੱਜ ਦਿਨ ਦੇ ਕੀਤੇ ਸ਼ਿਕਾਰ ਦਾ ਮਾਸ ਦਾੜਾਂ ਦੀ ਲਪੇਟ ਵਿੱਚ ਆ ਕੇ ਕਚਰ ਕਚਰ ਕਰਦਾ ਗਲੇ ਵਿੱਚ ਉਤਰ ਰਿਹਾ ਸੀ। ਇਸ ਵੇਲੇ ਦੀਪਾਂ ਤੇ ਰੀਟਾਂ ਦੇ ਨਾਲ ਇੱਕ ਹੋਰ ਕੁੜੀ ਵੀ ਸੀ। ਜਾਮ ਤੇ ਜਾਮ ਚੱਲ ਰਿਹਾ ਸੀ, ਪਰ ਅਜੇ ਬਿੱਲੇ ਦੀ ਉਡੀਕ ਹੋ ਰਹੀ ਸੀ। ਛੇਤੀ ਹੀ ਬਿੱਲਾ ਇੱਕ ਖੂਬਸੂਰਤ ਲੜਕੀ ਨਾਲ ਅੰਦਰ ਦਾਖਲ ਹੋਇਆ। ਕੁਝ ਕਰਾਰੇ ਨਵੇਂ ਨੋਟ ਬਿੱਲੇ ਦੀ ਹਥੇਲੀ ਤੇ ਆ ਟਿਕੇ। ਇਸ ਦੇ ਨਾਲ ਹੀ ਦਰਵਾਜ਼ਾ ਬੰਦ ਕਰਦਿਆਂ ਬਿੱਲਾ ਬਾਹਰ ਨਿਕਲ ਗਿਆ। ਗੰਦੇ ਨਾਲੇ ਵੱਲੋਂ ਆਏ ਹਵਾ ਦੇ ਬੁੱਲੇ ਦੀ ਤਰ੍ਹਾਂ ਸ਼ਰਾਬ ਦੀ ਬਦਬੂ ਨਵੀਂ ਆਈ ਕੁੜੀ ਦੇ ਨੱਕ ਨੂੰ ਚੜ੍ਹੀ। ਨੱਕ ਮੂੰਹ ਉੱਤੇ ਹੱਥ ਰੱਖ ਕੁੜੀ ਕਮਰੇ ਦਾ ਜਾਇਜ਼ਾ ਲੈਣ ਲੱਗੀ। ਅੱਧ ਨੰਗੀਆਂ 3 ਜਵਾਨ ਮੁਟਿਆਰਾਂ ਨੂੰ ਸਰਦਾਰਾਂ ਨਾਲ ਹੱਸ ਹੱਸ ਕੇ ਕਲੋਲ ਕਰਦਿਆਂ ਦੇਖ ਉਹਦਾ ਦਿਲ ਕੀਤਾ ਕਿ ਆਪਣੀਆਂ ਅੱਖਾਂ ਮੂਹਰੇ ਹੀ ਹੱਥ ਕਰ ਲਏ। ਪਰ ਉਸ ਤੋਂ ਪਹਿਲਾਂ ਹੀ ਜਸਬੀਰ ਸਿੰਘ ਦੀ ਆਵਾਜ਼ ਗੂੰਜੀ, ਬਹਿ ਜਾਓ ਸੋਹਣਿਓ, ਇਸ ਤਰ੍ਹਾਂ ਕਿੰਨਾ ਕੁ ਚਿਰ ਖਜ਼ਾਨਾ ਦੱਬੀ ਖੜੇ ਰਹੋਗੇ? ਹੁਸਨਾਂ ਦੇ ਮਾਲਕੋ, ਸਾਡੇ ਕੋਲ ਆ ਜਾਓ। ਅੱਛਾ ਲਓ, ਅਸੀਂ ਹੀ ਆ ਜਾਂਦੇ ਹਾਂ, ਨਾਲੇ ਫੁੱਲ ਨੇੜੇ ਭੌਰੇ ਨੂੰ ਹੀ ਜਾਣਾ ਪੈਂਦਾ। ਉਹ ਉੱਠ ਕੇ ਉਸ ਲਾਜਵਾਬ ਹੁਸਨ ਦੇ ਕੋਲ ਜਾ ਖੜਾ ਹੋਇਆ। ਮੈਂ ਬਹਿਣ ਨਹੀਂ ਆਈ, ਜਿਸ ਕੰਮ ਲਈ ਸੱਦਿਆ ਉਹਦੀ ਗੱਲ ਕਰੋ। ਕੁੜੀ ਨੂੰ ਸਰਦਾਰ ਦੀਆਂ ਹਰਕਤਾਂ ਤੋਂ ਚਿੜ ਮਹਿਸੂਸ ਹੋ ਰਹੀ ਸੀ। ਪਤਾ ਨਹੀਂ ਬਿੱਲਾ ਉਹਨੂੰ ਕੀ ਕਹਿ ਕੇ ਇੱਥੇ ਲੈ ਆਇਆ ਸੀ। ਉਹ ਇਸ ਮਹਿਫਲ ਦੀ ਜ਼ੀਨਤ ਬਣਨ ਆਈ ਨਹੀਂ ਸੀ ਲੱਗਦੀ। ਕੋਈ ਸਾਊ ਲੜਕੀ ਬਿੱਲੇ ਦੇ ਚੱਕਰ 'ਚ ਆ ਫਸੀ ਸੀ। ਇਸ ਨਾਲੋਂ ਚੰਗਾ ਕੰਮ ਹੋਰ ਕਿਹੜਾ ਹੋ ਸਕਦਾ? ਸਰਦਾਰ ਖਿੜੇ ਗੁਲਾਬ ਦੀ ਤਰ੍ਹਾਂ ਟਹਿਕਿਆ। ਹੱਥ 'ਚ ਫੜੇ ਜਾਮ 'ਚੋਂ ਘੁੱਟ ਭਰ ਕੇ ਉਹ ਪਿਛਾਂਹ ਪਰਤਿਆ। ਸ਼ਾਇਦ ਤੁਹਾਡੇ ਤੋਂ ਸ਼ਰਮ ਆ ਰਹੀ ਹੈ ਇਸਨੂੰ, ਇਸ ਲਈ ਤੁਸੀਂ ਅੱਜ ਜਾਓ। ਤੁਹਾਡੀ ਵਾਰੀ ਤਾਂ ਹੁਣ ਕੱਲ੍ਹ ਨੂੰ ਹੀ ਆਵੇਗੀ। ਸਰਦਾਰ ਅੱਜ ਇੱਕ ਹੀ ਫੁੱਲ ਦਾ ਮਜ਼ਾ ਚੱਖਣਗੇ। ਉਸਦਾ ਇਸ਼ਾਰਾ ਦੀਪਾਂ ਤੇ ਉਸਦੀਆਂ ਸਾਥਣਾਂ ਵੱਲ ਸੀ। ਤੀਵੀਂ ਚਾਹੇ ਆਪਣੀ ਹੋਵੇ ਜਾਂ ਬੇਗਾਨੀ, ਜਦੋਂ ਉਸ ਨੂੰ ਇਸ ਖਾਸ ਮਕਸਦ ਲਈ ਕੋਲ ਸੱਦਿਆ ਜਾਵੇ ਤੇ ਫਿਰ ਉਸ ਨੂੰ ਇਸ ਤੋਂ ਵਾਂਝਾ ਰੱਖ ਕੇ ਛੱਡ ਦਿੱਤਾ ਜਾਵੇ ਤਾਂ ਫਿਰ ਉਹ ਇਸ ਨੂੰ ਆਪਣੀ ਸਭ ਤੋਂ ਵੱਡੀ ਤੋਹੀਨ ਸਮਝਦੀ ਹੈ। ਇਸ ਦੇ ਇਵਜ਼ ਵਿੱਚ ਮਿਲਣ ਵਾਲੀ ਕੋਈ ਕੀਮਤ ਜਾਂ ਲਾਲਚ ਭਾਵੇਂ ਉਹਨੂੰ ਨਾ ਮਿਲੇ, ਉਹ ਸਬਰ ਕਰ ਲਏਗੀ, ਪਰ ਇਸ ਤਰ੍ਹਾਂ ਛੱਡਣ 'ਤੇ ਉਹਦੇ ਅੰਦਰਲੀ ਔਰਤ ਘਾਇਲ ਹੋ ਜਾਂਦੀ ਹੈ। ਘੂਰਦੇ ਹੋਏ ਲੜਕੀਆਂ ਨੇ ਸਰਦਾਰ ਵੱਲ ਦੇਖਿਆ। ਆਪਣੀ ਹੀ ਅੱਗ ਵਿੱਚ ਜਲਦੀਆਂ ਉਹ ਕਮਰੇ 'ਚੋਂ ਬਾਹਰ ਹੋ ਗਈਆਂ। ਭਾਵੇਂ ਕਿ ਉਹਨਾਂ ਨੂੰ ਮੂੰਹੋਂ ਮੰਗੇ ਪੈਸੇ ਮਿਲ ਗਏ ਸੀ, ਪਰ ਅੰਦਰਲੀ ਅੱਗ ਜਿਹੜੀ ਅਜੇ ਬੁਝੀ ਨਹੀਂ ਸੀ, ਹੁਣ ਭੜਕ ਗਈ ਸੀ। ਜਿਸ ਉਦੇਸ਼ ਲਈ ਉਹਨਾਂ ਨੂੰ ਸੱਦਿਆ ਗਿਆ ਸੀ, ਉਸ ਨੂੰ ਪੂਰਾ ਹੁੰਦਾ ਨਾ ਦੇਖ ਕੇ ਉਹਨਾਂ ਨੂੰ ਲੱਗਾ ਜਿਵੇਂ ਕਿਸੇ ਨੇ ਸੁੱਕੀ ਲੱਕੜ ਨੂੰ ਚੁਆਂਤੀ ਲਾ ਕੇ ਛੱਡ ਦਿੱਤੀ ਹੋਵੇ। ਜਾਮ ਖਾਲੀ ਕਰਕੇ ਜਸਵੀਰ ਸਿੰਘ ਨੇ ਗਲਾਸ ਇੱਕ ਪਾਸੇ ਵਗਾਹ ਮਾਰਿਆ ਤੇ ਉਸ ਲੜਕੀ ਨੂੰ ਫੜਨ ਲਈ ਉਸ ਵੱਲ ਝਪਟਿਆ। ਇਸ ਤੋਂ ਪਹਿਲਾਂ ਕਿ ਲੜਕੀ ਉਹਦੀਆਂ ਬਾਹਾਂ ਵਿੱਚ ਹੁੰਦੀ, ਉਹ ਬੜੀ ਚਤੁਰਾਈ ਨਾਲ ਇੱਕ ਪਾਸੇ ਨੂੰ ਖਿਸਕ ਗਈ ਸੀ। ਚਾਰੇ ਸਰਦਾਰ ਜਿਹੜੇ ਬੜੇ ਮਜ਼ੇ ਨਾਲ ਇਹ ਤਮਾਸ਼ਾ ਦੇਖ ਸਨ, ਉਹ ਵੀ ਉਹਨਾਂ ਦੇ ਆਲੇ ਦੁਆਲੇ ਆ ਖੜੇ ਹੋਏ। ਲੜਕੀ ਹੁਣ ਤੱਕ ਕਾਫੀ ਕੁਝ ਸਮਝ ਗਈ ਸੀ। ਦੈਂਤਾਂ ਵਰਗੇ ਸਰਦਾਰਾਂ ਦੇ ਚੁੰਗਲ 'ਚੋਂ ਨਿਕਲਣਾ ਉਸ ਲਈ ਮੁਸ਼ਕਿਲ ਸੀ। ਅਜੀਤ ਸਿੰਘ ਦਾ ਭਾਰਾ ਹੱਥ ਉਸ ਦੇ ਜਬਾੜੇ 'ਤੇ ਆਣ ਵੱਜਾ। ਆਖਰ ਤੁਸੀਂ ਚਾਹੁੰਦੇ ਕੀ ਹੋ? ਉਹ ਚੀਖੀ। ਜੋ ਇੱਕ ਮਰਦ ਕਿਸੇ ਔਰਤ ਕੋਲੋਂ ਚਾਹੁੰਦਾ ਹੈ, ਜਵਾਬ ਸੀ। ਪਰ ਇਹ ਹੋ ਨਹੀਂ ਸਕਦਾ। ਮੈਂ ਇਹ ਸੋਚ ਵੀ ਨਹੀਂ ਸਕਦੀ ਕਿ ਤੁਸੀਂ ਇੰਨੇ ਕਮੀਨੇ ਆਦਮੀ ਹੋ ਸਕਦੇ ਹੋ। ਤੂੰ ਕੀ ਕੋਈ ਵੀ ਹੋਰ ਵੀ ਨਹੀਂ ਸੋਚ ਸਕਦਾ? ਭੋਲੀ ਲੜਕੀ, ਜਿਸ ਚੀਜ਼ ਨੂੰ ਇਹ ਸਰਦਾਰ ਪਾਉਣਾ ਚਾਹੁੰਦਾ ਹੈ, ਪਾ ਕੇ ਹੀ ਛੱਡਦਾ ਹੈ। ਹੁਣ ਤੂੰ ਇੱਥੋਂ ਬਚ ਕੇ ਨਹੀਂ ਜਾ ਸਕਦੀ। ਚੰਗੀ ਜਾਣ ਤੇ ਸਾਡੀ ਗੱਲ ਮੰਨ ਜਾ। ਪਰ ਇਸ ਵਾਰ ਤੁਸੀਂ ਉਹ ਪਾ ਨਹੀਂ ਸਕਦੇ ਜੋ ਤੁਸੀਂ ਸੋਚੀ ਬੈਠੇ ਹੋ। ਮੈਂ ਇਸ ਤਰ੍ਹਾਂ ਦੀ ਨਹੀਂ ਹਾਂ। ਮੈਨੂੰ ਜਾਣ ਦਿਓ, ਮੇਰੇ ਉੱਤੇ ਰਹਿਮ ਖਾਓ। ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ। ਕੁੜੀ ਦੇ ਦੋਵੇਂ ਹੱਥ ਸੱਚਮੁੱਚ ਜੁੜ ਗਏ। ਪਰ ਅਚਾਨਕ ਉਸਨੇ ਸ਼ਰਾਬ ਦੀ ਇੱਕ ਖਾਲੀ ਬੋਤਲ ਭੰਨ ਕੇ ਹੱਥ ਵਿੱਚ ਫੜ ਲਈ ਤੇ ਅਗਲੇ ਹੀ ਪਲ ਟੁੱਟੀ ਬੋਤਲ ਕੁੜੀ ਦੇ ਪੇਟ ਵਿੱਚ ਖੁੱਭੀ ਪਈ ਸੀ। ਖੂਨ ਦੀਆਂ ਧਾਰਾਂ ਵਹਿ ਕੇ ਫਰਸ਼ ਲਾਲ ਕਰਨ ਲੱਗੀਆਂ। ਉਹ ਥੋੜ੍ਹਾ ਕੁ ਤੜਫੀ ਤੇ ਫਿਰ ਉਸਦੀ ਧੌਣ ਇੱਕ ਪਾਸੇ ਨੂੰ ਲਟਕ ਗਈ।
ਚਲੋ ਚੰਗਾ ਹੋਇਆ ਸਾਡੇ ਹੱਥੋਂ ਮਰਨ ਤੋਂ ਪਹਿਲਾਂ ਆਪ ਹੀ ਮਰ ਗਈ। ਘੰਟੀ ਦੇ ਬਟਨ 'ਤੇ ਉਂਗਲ ਰੱਖਦਿਆਂ ਜਸਬੀਰ ਸਿੰਘ ਨੇ ਕਿਹਾ। ਬਿੱਲਾ ਤੇ ਉਹਦੇ ਸਾਥੀ ਵਫਾਦਾਰ ਕੁੱਤਿਆਂ ਦੀ ਤਰ੍ਹਾਂ ਪੁੱਛਾਂ ਹਿਲਾਉਂਦੇ ਅੰਦਰ ਆ ਗਏ ਤੇ ਲਾਸ਼ ਨੂੰ ਸਮੇਟਣ ਲੱਗੇ। ਪੰਜੇ ਸਰਦਾਰ ਸ਼ਹਿਰ ਦੇ ਵੱਡੇ ਹੋਟਲ ਵੱਲ ਨਿਕਲ ਤੁਰੇ ਸਨ। ਸ਼ਬਾਬ ਖਾਨੇ ਵਿੱਚ ਮਨ ਦੀ ਖਾਹਿਸ਼ ਪੂਰੀ ਨਾ ਹੋਣ ਕਰਕੇ ਉਹਨਾਂ ਇੱਛਤ ਫਲ ਦੀ ਮੰਗ ਹੋਟਲ ਵਿੱਚ ਆ ਕੇ ਕਰ ਦਿੱਤੀ ਸੀ। ਇਸ ਹੋਟਲ ਦਾ ਇਹ ਨਿਯਮ ਸੀ ਕਿ ਗਾਹਕ ਜੋ ਕੁਝ ਚਾਹੁਣ ਹਨੇਰੇ ਵਿੱਚ ਕਰ ਸਕਦੇ ਸਨ। ਕਮਰੇ ਦੀ ਬੱਤੀ ਜਗਾਉਣ ਦੀ ਉਹਨਾਂ ਨੂੰ ਮਨਾਹੀ ਸੀ। ਨਿਯਮਾਂ ਅਨੁਸਾਰ ਪੰਜੇ ਸਰਦਾਰ ਇੱਕ ਕਮਰੇ ਵਿੱਚ ਚਲੇ ਗਏ ਜਿੱਥੇ ਕਿਰਾਏ ਦੀਆਂ ਕੁੜੀਆਂ ਉਹਨਾਂ ਕੋਲ ਪਹੁੰਚ ਗਈਆਂ। ਹਮੇਸ਼ਾ ਦੀ ਤਰ੍ਹਾਂ ਉੱਚੀਆਂ ਪੱਗਾਂ ਵਾਲੇ ਪੰਜੇ ਸਰਦਾਰ ਹੁਸਨ ਦੇ ਸਾਗਰ ਵਿੱਚ ਡੁੱਬ ਪਏ ਸਨ ਕਿ ਅਚਾਨਕ ਬੱਤੀ ਜਗ ਪਈ। ਹਰ ਵਾਰੀ ਹਨੇਰੇ ਵਿੱਚ ਤ੍ਰੇਹ ਭਾਵੇਂ ਉਹਨਾਂ ਦਾ ਮਿਟ ਜਾਂਦੀ ਸੀ, ਪਰ ਉਸ ਸਾਗਰ ਦੇ ਦਰਸ਼ਨ ਤੋਂ ਉਹ ਮੁਹਤਾਜ ਰਹਿ ਜਾਂਦੇ ਸਨ ਜਿੱਥੇ ਉਹ ਮਚਲਦੇ ਦਰਿਆਵਾਂ ਦੀ ਤਰ੍ਹਾਂ ਵਗਦੇ ਉਛਲਦੇ ਫਿਰ ਉਸ ਵਿੱਚ ਹੀ ਆਤਮਸਾਤ ਹੋ ਜਾਂਦੇ ਸਨ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਪੰਜ ਦੇ ਪੰਜ ਸਰਦਾਰ ਉੱਚੀਆਂ ਪੱਗਾਂ ਦੇ ਸ਼ਮਲੇ ਟੇਢੇ ਹੋ ਗਏ। ਅੱਖਾਂ ਦੀਆਂ ਪਲਕਾਂ ਬੰਦ ਹੋਣ ਲੱਗੀਆਂ। ਉਸ ਲੜਕੀ ਦੀ ਲਾਸ਼ ਉਹਨਾਂ ਦੀਆਂ ਨਜ਼ਰਾਂ ਅੱਗੇ ਘੁੰਮਣ ਲੱਗੀ, ਵਾਸਤੇ ਪਾਉਂਦੀ, ਤਰਲੇ ਕਰਦੀ ਤੇ ਫਿਰ ਸੁੰਨ ਹੁੰਦੀ ਲਾਸ਼। ਇਹਨਾਂ ਪੰਜਾਂ 'ਚੋਂ ਦੋ ਸਰਦਾਰਾਂ ਦੀਆਂ ਸਕੀਆਂ ਭੈਣਾਂ ਸਨ, ਰਮਿੰਦਰ ਤੇ ਸਮਿੰਦਰ। ਬੱਤੀ ਦੁਬਾਰਾ ਬੰਦ ਹੋ ਚੁੱਕੀ ਸੀ ਪਰ ਉਹਨਾਂ ਨੂੰ ਅਜੇ ਵੀ ਚਾਨਣ ਨਜ਼ਰ ਆ ਰਿਹਾ ਸੀ। ਬੈੱਡਾਂ 'ਤੇ ਪਏ ਗੱਦੇ ਉਹਨਾਂ ਨੂੰ ਰੇਤਲੇ ਖੂਹ ਮਹਿਸੂਸ ਹੋ ਰਹੇ ਸਨ ਜਿਹੜੇ ਥੱਲੇ ਹੀ ਥੱਲੇ ਨਿੱਘਰਦੇ ਜਾ ਰਹੇ ਸਨ। ਅਗਲੇ ਦਿਨ ਤੋਂ ਕਿਸੇ ਨੇ ਸਰਦਾਰਾਂ ਨੂੰ ਸ਼ਿਕਾਰ 'ਤੇ ਜਾਂਦਿਆਂ ਕਦੇ ਨਾ ਦੇਖਿਆ। ਫਾਰਮ ਹਾਊਸ ਤੇ ਗੁਪਤ ਕਮਰੇ ਵਿੱਚ ਫਿਰ ਕਦੇ ਮਹਿਫਲ ਨਾ ਲੱਗੀ। ਹੁਣ ਉਹ ਦਿਨ ਕਿਸੇ ਨਾਲ ਵੀ ਸਿਰ ਚੁੱਕ ਕੇ ਗੱਲ ਨਾ ਕਰਦੇ ਤੇ ਸ਼ਾਮ ਪੈਂਦਿਆਂ ਹੀ ਆਪਣੇ ਆਪਣੇ ਕਮਰਿਆਂ 'ਚ ਬੰਦ ਹੋ ਜਾਂਦੇ। ਕਿਉਂ? ਇਸ ਬਾਰੇ ਸਿਰਫ ਉਹ ਉੱਚੀਆਂ ਪੱਗਾਂ ਵਾਲੇ ਸਰਦਾਰ ਹੀ ਜਾਣਦੇ ਸਨ ਜਿਸ ਦੀ ਭਿਣਕ ਉਹਨਾਂ ਦੇ ਵਫਾਦਾਰ ਕੁੱਤੇ ਵੀ ਨਾ ਪਾ ਸਕੇ। ਧੰਨਵਾਦ ਜੀ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।